कुछ को दिन पहला एक आडियो रिकॉर्डिंग राਹੀਂ ਪੁੱਛਿਆ ਸੀ ਗੁਰੂ ਸਤਿਗੁਰੂ ਬਾਰੇ ਬਹੁਤ ਭੁਲੇਖੇ ਹਨ। ਉੱਤਰ ਇਸ ਕਰਕੇ ਨਹੀਂ ਸੀ ਦਿੱਤਾ ਕਿ ਤੁਸੀਂ ਪੁਰਾਣੀਆਂ ਰਿਕਾਰਡਿੰਗਾਂ ਸੁਣ ਰਹੇ ਹੋ। ਉਹਨਾਂ ਵਿੱਚ ਬਹੁਤ ਵਾਰਾਂ ਜ਼ਿਕਰ ਹੋਇਆ ਹੈ। ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਫਿਰ ਵੀ ਭੁਲੇਖੇ ਦੂਰ ਨਹੀਂ ਹੁੰਦੇ ਹਨ, ਕਿਉਂਕਿ ਭੁਲੇਖੇ ਇਹ ਜੋ ਬਾਹਰ ਧਰਮ ਹੈ ਨਾ, ਧਾਰਮਿਕ ਲੋਕ ਇਹਨਾਂ ਨੇ ਬਹੁਤ ਜ਼ਿਆਦਾ ਪਾ ਦਿੱਤੇ। ਇੰਨੇ ਜ਼ਿਆਦਾ ਭੁਲੇਖੇ ਤੁਹਾਨੂੰ ਪਾ ਦਿੱਤੇ ਹਨ ਨਾ, ਵੀ ਤੁਸੀਂ ਸੁਣ ਕੇ ਵੀ ਉਹਨਾਂ ਭੁਲੇਖਿਆਂ 'ਚੋਂ ਬਾਹਰ ਨਹੀਂ ਆ ਰਹੇ ਹੋ, ਕਿਉਂਕਿ ਉਹਨਾਂ ਦਾ ਪ੍ਰਚਾਰ ਬਹੁਤ ਜ਼ਿਆਦਾ ਹੈ। ਹਜ਼ਾਰਾਂ ਹੀ ਪ੍ਰਚਾਰਕ ਹਨ, ਕਰੋੜਾਂ ਹੀ ਕਹਿ ਲਓ, ਅਤੇ ਬਚਪਨ ਤੋਂ ਤੁਸੀਂ ਸੁਣਦੇ ਆਏ ਹੋ, ਸਮਝਦੇ ਆਏ ਹੋ, ਅਤੇ ਜਿਨ੍ਹਾਂ ਨੂੰ ਸੁਣਦੇ ਸਮਝਦੇ ਆਏ ਹੋ ਤਾਂ ਉਹਨਾਂ ਦੀਆਂ ਧਾਰਨਾਵਾਂ ਤੁਹਾਡੇ ਅੰਦਰ ਘਰ ਕਰ ਗਈਆਂ। ਤੁਸੀਂ ਵੈਸਾ ਹੀ ਸੋਚਦੇ ਹੋ। ਇਵੇਂ ਹੀ ਇਸ ਆਡੀਓ ਰਿਕਾਰਡਿੰਗ ਵਿੱਚ ਵੀ ਜੋ ਕਿਹਾ ਹੈ ਉਹ ਵੀ ਪੁਰਾਣੀ ਜੋ ਸਿੱਖਾਂ ਦੀ ਧਾਰਨਾ ਹੈ ਵੀ ਸਿੱਖ ਮੰਨਦੇ ਹਨ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਉਹਨਾਂ ਨੇ ਸ਼ਬਦ ਗੁਰੂ ਦੇ ਲੜ ਲਾਇਆ ਹੈ ਸਿੱਖਾਂ ਨੂੰ। ਸਿੱਖ ਵੀ ਐਸਾ ਹੀ ਸਮਝਦੇ ਹਨ। ਇੱਕ ਦੋਹਰਾ ਅਕਸਰ ਜ਼ਿਆਦਾਤਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਉਹਦਾ ਵੀ ਬਹੁਤ ਅਸਰ ਹੈ ਸਿੱਖਾਂ 'ਤੇ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਪਰ ਸਾਰਿਆਂ ਨੂੰ ਉਹਨਾਂ ਨੇ ਨਹੀਂ ਕਿਹਾ ਹੋਵੇਗਾ। ਵੀ ਸ਼ਬਦ ਨੂੰ ਹੀ ਗੁਰੂ ਮੰਨੋ, ਉਪਦੇਸ਼ ਨੂੰ ਹੀ ਗੁਰੂ ਮੰਨੋ, ਕਿਉਂਕਿ ਸਾਰੇ ਹੀ ਉਪਦੇਸ਼ ਦੇ ਸਹਾਰੇ, ਸ਼ਬਦ ਦੇ ਸਹਾਰੇ ਮੁਕਤ ਨਹੀਂ ਹੋ ਸਕਦੇ, ਬਲਕਿ ਸ਼ਬਦ ਦੇ ਸਹਾਰੇ, ਉਪਦੇਸ਼ ਦੇ ਸਹਾਰੇ ਤੇ ਬਹੁਤ ਵਿਰਲੇ, ਬਹੁਤ ਘੱਟ, ਭਾਵ ਕਿ 1% ਕਹਿ ਲਈਏ। ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੇ ਸ਼ੁੱਧ ਗਿਆਨ ਦਾ ਮਾਰਗ ਹੈ ਨਾ, ਆਪਣੇ ਆਪ ਹੀ ਵਿਚਾਰਨਾ, ਸਮਝਣਾ, ਸਮਝ ਕੇ ਫਿਰ ਤਿਆਗਣਾ ਹੈ ਸੰਸਾਰ ਨੂੰ। ਉਹਨਾਂ ਨੇ ਤਿਆਗਿਆ ਸੀ, ਫਿਰ ਹੀ ਝੂਠ ਜਾਣਿਆ ਸੀ ਸੰਸਾਰ ਨੂੰ, ਤੇ ਵਾਰ-ਵਾਰ ਕਿਹਾ ਵੀ ਹੈ, ਇਹ ਜਗ ਧੂਏਂ ਕਾ ਪਹਾੜ ਤੈਂ ਸਾਚਾ ਜਾਨੇ। ਤੇ ਮਿਥਿਆ ਹੈ, ਝੂਠ ਹੈ। ਉਹਨਾਂ ਨੇ ਜਾਣਿਆ ਸੀ, ਉਦੋਂ ਜਾਣਿਆ ਸੀ ਜਦੋਂ ਝੂਠ ਨੂੰ ਤਿਆਗ ਦਿੱਤਾ ਅਤੇ ਸੱਚ ਦੇ ਵਿੱਚ ਪ੍ਰਵੇਸ਼ ਕਰ ਗਏ। ਅਤੇ ਜਿਹੜਾ ਸੱਚ ਦੇ ਵਿੱਚ ਪ੍ਰਵੇਸ਼ ਕਰਦਾ ਹੈ ਉਹ ਹੀ ਜਾਣਦਾ ਹੈ ਸੰਸਾਰ ਝੂਠ ਹੈ। ਜਿਹੜਾ ਝੂਠ ਦੇ ਵਿੱਚ ਹੀ ਹੈ ਉਹ ਥੋੜ੍ਹੀ ਜਾਣੇਗਾ ਝੂਠ। ਇਸੇ ਕਾਰਨ ਹੀ ਤਾਂ ਆਮ ਇਨਸਾਨ ਕਹਿੰਦਾ ਹੈ ਨਾ ਵੀ ਤੁਸੀਂ ਕਹਿੰਦੇ ਸੰਸਾਰ ਝੂਠ ਹੈ,
ਸੱਚ ਕੀ ਹੈ ਫਿਰ? ਹੁਣ ਸੱਚ ਤੇ ਦਿਖਦਾ ਨਹੀਂ, ਜੋ ਦਿਖਦਾ ਹੈ ਉਹਨੂੰ ਹੀ ਸੱਚ ਸਮਝਣਾ ਹੈ ਨਾ। ਤੇ ਸਾਰੇ ਹੀ ਦੇਖ ਰਹੇ ਹਨ ਸੰਸਾਰ ਨੂੰ ਹੀ ਭੋਗ ਰਹੇ ਹਨ, ਸੰਸਾਰ 'ਚ ਹੀ ਵਿਚਰ ਰਹੇ ਹਨ। ਧਾਰਮਿਕ ਲੋਕ ਸੰਸਾਰ 'ਚ ਹੀ ਉਲਝੇ ਹੋਏ ਹਨ ਤੇ ਸੰਸਾਰ ਨੂੰ ਹੀ ਸੱਚ ਜਾਣਦੇ ਹਨ। ਧਰਮ ਵੀ ਸੰਸਾਰ ਦਾ ਹੀ ਹਿੱਸਾ ਹੈ। ਜਿਵੇਂ ਕੋਈ ਸੁਪਨੇ ਦੇ ਵਿੱਚ ਹੋਵੇ, ਹੁਣ ਜਿਹੜਾ ਸੁਪਨੇ ਦੇ ਵਿੱਚ ਹੈ ਜਾਗਿਆ ਨਹੀਂ ਹੈ, ਉਹ ਸੁਪਨੇ ਨੂੰ ਹੀ ਸੱਚ ਸਮਝੇਗਾ। ਜਾਗ ਕੇ ਪਤਾ ਲੱਗਦਾ ਹੈ ਸੁਪਨਾ ਝੂਠ ਸੀ, ਸੁਪਨੇ ਦੇ ਵਿੱਚ ਥੋੜ੍ਹੀ। ਇੱਦਾਂ ਹੀ ਸੰਸਾਰ ਦੇ ਵਿੱਚ ਰਹਿੰਦਿਆਂ ਥੋੜ੍ਹੀ। ਸੰਸਾਰ ਵਿੱਚ ਧਿਆਨ ਹੈ ਜਿੰਨਾ ਚਿਰ, ਉਹਨਾਂ ਚਿਰ ਥੋੜ੍ਹੀ ਪਤਾ ਲੱਗਦਾ ਸੰਸਾਰ ਝੂਠ ਹੈ। ਤੇ ਝੂਠ ਤੋਂ ਛੁਟਕਾਰੇ ਵਾਸਤੇ ਸ਼ਬਦ ਦਾ ਸਹਾਰਾ ਬਹੁਤ ਵਿਰਲੇ ਜਿਹੜੇ ਹਨ ਉਹ ਲੈਂਦੇ ਹਨ। ਪਰ ਪ੍ਰਚਾਰ ਜ਼ਿਆਦਾ ਇਹੋ ਹੀ ਹੁੰਦਾ ਹੈ ਵੀ ਕਿਸੇ ਨੂੰ ਗੁਰੂ ਨਹੀਂ ਮੰਨਣਾ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਹੈ। ਪਰ ਉਹ ਹੀ ਪ੍ਰਚਾਰ ਕਰ ਰਹੇ ਹਨ ਜਿਹੜੇ ਅਹੰਕਾਰੀ ਹਨ ਵੀ ਹੋਰ ਕਿਸੇ ਦੇ ਸਾਹਮਣੇ ਨਹੀਂ ਝੁਕਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਝੁਕਣਾ ਹੈ। ਤੇ ਹੰਕਾਰੀ ਆਦਮੀ ਤੇ ਝੁਕਣਾ ਚਾਹੁੰਦਾ ਹੀ ਨਹੀਂ। ਤੁਸੀਂ ਪਿੱਛੇ ਸੁਣਦੇ ਵੀ ਆਏ ਹੋ, ਹਉਮੈ ਹੀ ਰੋਗ ਹੈ। ਤੇ ਜਿਹਦੇ 'ਚ ਅਹੰਕਾਰ ਹੈ ਉਹ ਝੁਕਣਾ ਤੇ ਚਾਹੁੰਦਾ ਹੀ ਨਹੀਂ। ਤੁਸੀਂ ਆਪ ਸੋਚੋ, ਤੁਸੀਂ ਝੁਕਣਾ ਚਾਹੁੰਦੇ ਹੋ? ਖਿਆਲ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੋਂ ਸਿਖਾਲਾ ਹੈ ਝੁਕਣਾ, ਸਗੋਂ ਉੱਥੇ ਤੇ ਸ਼ੋਭਾ ਹੋਵੇਗੀ ਵੀ ਬਹੁਤ ਵਧੀਆ, ਚੰਗੀ ਢੰਗ ਨਾਲ ਝੁਕਿਆ ਹੈ ਬਈ। ਪਰ ਆਮ ਸਾਧਾਰਨਤਾ ਹੈ ਕਿਸੇ ਅੱਗੇ ਝੁਕਣਾ ਹੋਵੇ ਤੇ ਫਿਰ ਪੂਰਾ ਝੁਕਣਾ ਹੋਵੇ। ਵੇਖੋ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਸਿੱਖ, ਉਹਦੇ ਵਿੱਚ ਵੀ ਬਹੁਤ ਵਾਰਾ ਲਿਖਿਆ ਹੈ, ਬਹੁਤ ਵਾਰਾ ਝੁਕਣ ਵਾਸਤੇ ਕਿਹਾ ਵੀ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁੰਨ ਵੱਡਾ, ਕਰ ਡੰਡਾਉਤ ਪੁੰਨ ਵੱਡਾ। ਸਾਧੂ ਹੀ ਗੁਰੂ ਹੈ, ਤੁਹਾਨੂੰ ਡੰਡਾਉਤ ਕਰ, ਬਹੁਤ ਵੱਡਾ ਪੁੰਨ ਹੈ। ਡੰਡਾਉਤ ਕਰਨੀ ਬਹੁਤ ਕਠਿਨ ਹੈ। ਝੁਕਣ ਦਾ ਭਾਵ ਹੁੰਦਾ ਹੈ ਵੀ ਉਹ ਰੱਬ ਹੋ ਗਏ, ਉਹ ਮਹਾਨ ਹੋ ਗਏ, ਕਿਸੇ ਨੂੰ ਸ੍ਰੇਸ਼ਟ ਸਮਝ ਲੈਣਾ ਪਰਮਾਤਮਾ ਜੀ। ਤੁਸੀਂ ਆਪਣੇ ਤੋਂ ਉੱਪਰ ਨਹੀਂ ਸਮਝਣਾ ਚਾਹੁੰਦੇ ਹੋ। ਮਿਟਣਾ ਬਹੁਤ ਕਠਿਨ ਹੈ। ਤੇ ਸ਼ਬਦ ਦੇ ਸਹਾਰੇ ਤੇ ਜ਼ਿਆਦਾ ਹੰਕਾਰ ਹੀ ਵੱਧਦਾ ਹੈ। ਜ਼ਿਆਦਾਤਰ ਲੋਕਾਂ ਦਾ ਅਜੋਕੇ ਸਮੇਂ ਦੇ ਵਿੱਚ ਹੰਕਾਰ ਵੱਧ ਰਿਹਾ ਹੈ, ਕਿਉਂਕਿ ਧਾਰਮਿਕ ਉਪਦੇਸ਼ ਬਹੁਤ ਮੌਜੂਦ ਹੈ, ਸੁਣਿਆ ਜਾ ਸਕਦਾ ਹੈ, ਪੜ੍ਹਿਆ ਜਾ ਸਕਦਾ ਹੈ ਅਜੋਕੇ ਸਮੇਂ 'ਚ। ਤੇ ਸਾਰੇ ਹੀ ਪੜ੍ਹਦੇ ਹਨ, ਸੁਣਦੇ ਹਨ ਤੇ ਗਿਆਨ ਇਕੱਠਾ ਕਰ ਰਹੇ ਹਨ ਆਪਣੇ ਅੰਦਰ। ਤੋ ਗਿਆਨ ਨੂੰ ਹੀ ਧਰਮ ਸਮਝਦੇ ਹਨ ਤੇ ਹਰ ਇੱਕ ਦਾ ਲਹਿਦਾ ਲਹਿਦਾ ਗਿਆਨ ਜੋ ਸਮਝਿਆ। ਤੇ ਜੋ ਵੀ ਪੜ੍ਹਦੇ ਹਨ, ਜੋ ਵੀ ਸਮਝਦੇ ਹਨ, ਉਹਦਾ ਹੀ ਅਸਰ ਹੋ ਜਾਂਦਾ ਹੈ। ਤੇ ਬਾਹਰ ਜੋ ਹੈ ਪ੍ਰਚਾਰਕ ਜਾਂ ਧਾਰਮਿਕ ਲੋਕ ਕਹਿ ਰਹੇ ਹਨ, ਫਿਰ ਜਿਹੜੇ ਸ਼ਬਦ ਗੁਰੂ ਨੂੰ ਮੰਨ ਰਹੇ ਹਨ ਜਾਂ ਉਪਦੇਸ਼ ਨੂੰ ਗੁਰੂ ਮੰਨਦੇ ਹਨ, ਉਹ ਜ਼ਿਆਦਾ ਅਹੰਕਾਰੀ ਲੋਕ ਹਨ ਅਤੇ ਉਹਨਾਂ ਦਾ ਹੰਕਾਰ ਵੱਧ ਰਿਹਾ ਹੈ।
ਤੇ ਹੰਕਾਰ ਹੀ ਬਿਮਾਰੀ ਹੈ। ਅਹੰਕਾਰ ਨੂੰ ਹੀ ਛੱਡਣਾ ਹੈ। ਪਰ ਅਹੰਕਾਰ ਨੂੰ ਸ਼ਬਦ ਦੇ ਸਹਾਰੇ ਹੁੰਦਾ ਹੈ ਆਪਣੇ ਆਪ। ਨਾਲੇ ਸ਼ਬਦ ਦਾ ਸਹਾਰਾ ਨਿਰਗੁਣ ਦਾ ਸਹਾਰਾ ਹੈ, ਇਉਂ ਕਹਿ ਲਈ, ਕਿਉਂਕਿ ਸ਼ਬਦ ਦਾ ਆਕਾਰ ਤੇ ਹੈ ਨਹੀਂ, ਨਿਰਾਕਾਰ ਹੈ ਨਾ। ਵਾਹੋ ਵਾਹੋ ਬਾਣੀ ਨਿਰੰਕਾਰ, ਆਕਾਰ ਤੇ ਹੈ ਨਹੀਂ। ਤੇ ਸ਼ਬਦ ਦਾ ਸਹਾਰੇ ਦਾ ਭਾਵ ਹੁੰਦਾ ਨਿਰਾਕਾਰ ਦੇ ਸਹਾਰੇ ਆਕਾਰ ਨੂੰ ਛੱਡਣਾ। ਬਹੁਤ ਕਠਿਨ ਹੈ ਨਿਰਾਕਾਰ ਦਾ ਸਹਾਰਾ ਪਕੜ ਲੈਣਾ। ਪਰ ਚਾਹੁੰਦੇ ਸਾਰੇ ਇਉਂ ਹੀ ਹਨ, ਕਿਉਂਕਿ ਝੁਕਣ ਨੂੰ ਕੋਈ ਤਿਆਰ ਨਹੀਂ। ਸਵਾਲ ਵੀ ਇਸੇ ਕਰਕੇ ਖੜੇ ਹੁੰਦੇ ਹਨ ਕਿ ਗੁਰੂ ਮੰਨਣਾ ਹੈ, ਕਿਸੇ ਨੂੰ ਨਹੀਂ ਮੰਨਣਾ। ਫਿਰ ਦੂਸਰੀ ਗੱਲ ਇਹ ਹੈ ਵੀ ਜ਼ਿਆਦਾਤਰ ਲੋਕ ਭਗਤੀ ਭਾਵਨਾ ਵਾਲੇ ਹਨ, ਸ਼ਰਧਾ ਵਾਲੇ ਹਨ। ਇਸ ਕਾਰਨ ਦੇਖੋ ਤੁਸੀਂ ਕਿੰਨਾ ਪ੍ਰਚਾਰ ਕਰਦੇ ਹਨ ਵੀ ਹੋਰ ਕਿਸੇ ਨੂੰ ਨਹੀਂ ਮੰਨਣਾ ਹੈ, ਕਿਸੇ ਅੱਗੇ ਮੱਥਾ ਨਹੀਂ ਟੇਕਣਾ ਹੈ, ਝੁਕਣਾ ਨਹੀਂ, ਤਾਂ ਵੀ ਲੋਕ ਮੰਨ ਰਹੇ ਹਨ, ਪੂਜ ਰਹੇ ਹਨ। ਕੋਈ ਕਬਰਾਂ ਨੂੰ ਪੂਜਦਾ, ਕੋਈ ਮੜੀਆਂ ਨੂੰ ਪੂਜਦਾ, ਕੋਈ ਕਿਤੇ ਮੱਥੇ ਟੇਕਦਾ, ਸਾਧੂ ਮਹਾਤਮਾ ਨੂੰ। ਫਿਰ ਅਗਰ ਸ਼ਬਦ ਹੀ ਗੁਰੂ ਹੈ ਉਹਦਾ ਭਾਵ ਹੁੰਦਾ ਹੈ ਵੀ ਆਕਾਰ ਨੂੰ ਬਿਲਕੁਲ ਨਹੀਂ ਪੂਜਣਾ ਹੈ, ਆਕਾਰ ਵੱਲੋਂ ਧਿਆਨ ਹਟਾਉਣਾ ਹੈ। ਪਰ ਆਕਾਰ ਦੇ ਨਾਲ ਤੇ ਸਿੱਖ ਫਿਰ ਵੀ ਜੁੜੇ ਹੋਏ ਆ। ਗੁਰੂ ਨੇ ਕਿਹਾ ਹੈ ਸ਼ਬਦ ਹੀ ਗੁਰੂ ਹੈ, ਸਰੀਰ ਗੁਰੂ ਨਹੀਂ ਹੈ। ਪਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਗਟ ਗੁਰਾਂ ਕੀ ਦੇਹ ਸਮਝਦੇ ਹਨ। ਇਸੇ ਕਾਰਨ ਹੀ ਦੇਖੋ ਤੁਸੀਂ ਆਰਤੀ ਕਰਦੇ ਹਨ, ਪੂਜਾ ਕਰਦੇ ਹਨ, ਸਰਦੀਆਂ ਦੇ ਵਿੱਚ ਕੰਬਲ ਦਿੰਦੇ ਹਨ, ਗਰਮੀਆਂ ਦੇ ਵਿੱਚ ਏਸੀ ਲਾਉਂਦੇ ਹਨ, ਅਤੇ ਸਰੀਰ ਨੂੰ ਗਰਮੀ ਸਰਦੀ ਲੱਗਦੀ ਹੈ। ਅਤੇ ਸਰੀਰ ਵਾਂਗੂ ਦੇਖੋ ਭੋਗ ਵੀ ਲਾਉਂਦੇ ਹਨ। ਫਿਰ ਗੁਰੂਆਂ ਦੇ ਸਰੀਰਾਂ ਨੂੰ ਹੀ ਪੂਜ ਰਹੇ ਹਨ, ਕਿਉਂਕਿ ਜਿੱਥੇ ਜਿੱਥੇ ਸਰੀਰ ਗਿਆ ਹੈ ਉਸ ਸਥਾਨ ਨੂੰ ਪੂਜ ਰਹੇ ਹਨ, ਅਤੇ ਸਰੀਰਾਂ ਨੂੰ ਹੀ ਪੂਜ ਰਹੇ ਹਨ। ਇਤਿਹਾਸਿਕ ਸਥਾਨ ਜਿਹੜੇ ਹਨ ਸਰੀਰਾਂ ਨਾਲ ਹੀ ਜੁੜੇ ਹਨ। ਇਤਿਹਾਸ ਸਰੀਰਾਂ ਦਾ ਹੀ ਹੈ ਨਾ, ਅਤੇ ਸਿੱਖ ਤਾਂ ਫਿਰ ਸਰੀਰ ਨਾਲ ਜੁੜ ਗਏ। ਆਕਾਰ ਨਾਲ ਆਦਮੀ ਜ਼ਿਆਦਾ ਜੁੜਦਾ ਹੈ, ਨਿਰਾਕਾਰ ਦੀ ਗੱਲ ਕਰਦਾ ਹੋਇਆ ਵੀ ਆਕਾਰ ਨਾਲ ਜੁੜਦਾ ਰਹਿੰਦਾ ਹੈ, ਕਿਉਂਕਿ ਸ਼ਬਦ ਦਾ ਸਹਾਰਾ ਨਿਰਾਕਾਰ ਦਾ ਸਹਾਰਾ ਹੈ। ਗੱਲ ਕਰਨੀ ਸਿਖਾਲੀ ਹੈ ਸ਼ਬਦ ਦੇ ਸਹਾਰੇ, ਵੀ ਸਬਰ ਦੇ ਚਿੰਤਨ ਕਰਕੇ ਸ਼ਬਦ ਵਰਗੇ ਹੀ ਹੋ ਜਾਣਾ। ਬੜੀਆਂ ਗੱਲਾਂ ਕਰਦੇ ਹਨ ਪ੍ਰਚਾਰਕ, ਪਰ ਉਹਨਾਂ ਨੂੰ ਪਤਾ ਨਹੀਂ ਹੈ ਵੀ ਸ਼ਬਦ ਦਾ ਸਹਾਰਾ ਕੋਈ ਵਿਰਲਾ ਹੀ ਲੈ ਸਕਦਾ ਹੈ, ਆਪਣੇ ਆਪ ਨੂੰ ਮਿਟਾ ਦੇਣਾ ਸ਼ਬਦ ਦੇ ਸਹਾਰੇ। ਪਰ ਹੰਕਾਰ ਝੁਕਣਾ ਨਹੀਂ ਚਾਹੁੰਦਾ ਹੈ, ਅਤੇ ਹੰਕਾਰੀ ਆਦਮੀ ਸ਼ਬਦ ਦਾ ਸਹਾਰਾ ਲੈਂਦਾ ਹੈ, ਅਤੇ ਸ਼ਬਦ ਦੇ ਸਹਾਰੇ ਹੀ ਹੰਕਾਰ ਵੱਧ ਜਾਂਦਾ ਹੈ। ਬਸ ਇਉਂ ਹੀ ਹੁੰਦਾ ਹੈ।